ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਰਤੀ ਰਾਜ ਦੀ ਅਸਲੀ ਖਸਲਤ ਬਾਰੇ ਵਿਚਾਰ ਸਾਂਝੇ ਕਰਾਂਗੇ। ਇਸ ਰੋਸ਼ਨੀ ਵਿੱਚ ਦੇਖਿਆ ਭਾਰਤੀ ਰਾਜ ਦੀ ਅਸਲੀ ਤਸਵੀਰ ਸਾਫ਼ ਉਘੜ ਆਉਂਦੀ ਹੈ। 1984 ਦੀ ਮਨੁੱਖੀ ਵਿਕਾਸ ਰਿਪੋਰਟ ਦੱਸਦੀ ਹੈ ਕਿ 1988 ਤੋਂ ਲੈ ਕੇ 1992 ਤੱਕ ਦੁਨੀਆ ਦੇ ਰਵਾਇਤੀ ਹਥਿਆਰ ਦਰਾਮਦ ਕਰਨ ਵਾਲੇ ਮੁਲਕਾਂ 'ਚੋਂ ਭਾਰਤ ਸਭ ਨਾਲੋਂ ਅੱਗੇ ਰਿਹਾ। ਇਸ ਨੇ ਇਸ ਅਰਸੇ ਦੌਰਾਨ ਕੋਈ 12 ਅਰਬ ਅਮਰੀਕੀ ਡਾਲਰ ਤੋਂ ਵੀ ਵੱਧ ਮੁੱਲ ਦੇ ਹਥਿਆਰ ਖਰੀਦੇ। ਇੱਕ ਭਰੋਸੇਯੋਗ ਸੋਮੇ ਅਨੁਸਾਰ 80ਵਿਆਂ ਦੇ ਦਹਾਕੇ ਵਿੱਚ ਤਕਰੀਬਨ ਅੱਧੀ ਭਾਰਤੀ ਫੌਜ 2 ਸਾਲਾਂ ਤੱਕ ਦੇਸ਼ ਦੀ ਅੰਦਰੂਨੀ ਗੜਬੜ ਉੱਤੇ ਕਾਬੂ ਪਾਉਣ, ਭਾਵ ਕਿ ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਕੌਮੀ ਭਾਈਚਾਰਿਆਂ ਦੇ ਸੰਘਰਸ਼ਾਂ ਨੂੰ ਕੁਚਲਣ ਵਿੱਚ ਰੁੱਝੀ ਰਹੀ। ਦੇਸ਼ ਵਿਦੇਸ਼ ਦੇ ਕੁਝ ਹਲਕਿਆਂ, ਇੱਥੋਂ ਤੱਕ ਕਿ ਖੁਦ ਭਾਰਤੀ ਫੌਜ ਦੇ ਕੁਝ ਸੀਨੀਅਰ ਅਫਸਰਾਂ ਵੱਲੋਂ ਭਾਰਤੀ ਫੌਜ ਦੀ ਅੰਦਰੂਨੀ ਮਹੱਤਤਾ ਲਈ ਇਸ ਦੁਰਵਰਤੋਂ ਦੀ ਤਿੱਖੀ ਆਲੋਚਨਾ ਹੋਈ ਹੈ। ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦਾ ਭਾਰਤੀ ਫੌਜ ਦੇ ਕਈ ਸਾਰੇ ਜਰਨੈਲਾਂ ਨੇ ਪੇਸ਼ਵਾਰਾਨਾ ਨੁਕਤਾ ਨਜ਼ਰ ਤੋਂ ਤਿੱਖਾ ਵਿਰੋਧ ਕੀਤਾ ਸੀ। ਭਾਰਤੀ ਫੌਜ ਦੇ ਇੱਕ ਸਾਬਕਾ ਮੁਖੀ ਜਨਰਲ ਸ਼ੰਕਰ ਰੋਈ ਚੌਧਰੀ ਨੇ ਬਾਅਦ ਵਿੱਚ ਇੱਕ ਰੋਜ਼ਾਨਾ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਸ ਨੂੰ ਉਸ ਵੇਲੇ ਦੀ ਹੁਕਮਰਾਨ ਪਾਰਟੀ ਵੱਲੋਂ ਰਾਜਸੀ ਗਿਣਤੀਆਂ ਮਿਣਤੀਆਂ ਦੇ ਅਧੀਨ ਚੁੱਕਿਆ ਗਿਆ ਇੱਕ ਬਿਲਕੁਲ ਬੇਲੋੜਾ ਤੇ ਗਲਤ ਕਦਮ ਕਰਾਰ ਦਿੱਤਾ ਸੀ। ਫੌਜੀ ਹੈੱਡਕੁਆਰਟਰ ਵਿਖੇ ਮਿਲਟਰੀ ਆਪਰੇਸ਼ਨ ਦੇ ਰਹਿ ਚੁੱਕੇ ਵਧੀਕ ਡਾਇਰੈਕਟਰ ਲੈਫਟੀਨੈਂਟ ਜਨਰਲ ਵੀ ਕੇ ਨਈਅਰ ਨੇ ਆਪਣੀ ਕਿਤਾਬ ਵਿੱਚ ਇਸ ਅਹਿਮ ਤੱਥ ਦਾ ਖੁਲਾਸਾ ਕੀਤਾ ਹੈ ਕਿ ਨਵੰਬਰ 1983 ਵਿੱਚ ਹੀ ਫੌਜ ਦੇ ਕਈ ਅਫਸਰਾਂ ਜਰਨੈਲਾਂ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਦੇ ਸੰਘਰਸ਼ ਦੇ ਮਾਮਲੇ ਵਿੱਚ ਫੌਜ ਨੂੰ ਬੇਲੋੜਾ ਉਲਝਾਉਣ ਤੋਂ ਵੇਲੇ ਸਿਰ ਖਬਰਦਾਰ ਕਰ ਦਿੱਤਾ ਸੀ, ਕਿਉਂਕਿ ਇਹਨਾਂ ਫੌਜੀ ਅਫਸਰਾਂ ਦੇ ਵਿਚਾਰ ਵਿੱਚ ਅਜਿਹਾ ਕਰਨ ਦੇ ਨਤੀਜੇ ਫੌਜ ਲਈ ਬੇਹੱਦ ਮਾੜੇ ਨਿਕਲ ਸਕਦੇ ਹਨ। ਪਰ ਜਨਰਲ ਨਈਅਰ ਨੂੰ ਇਸ ਗੱਲ ਦੀ ਭਾਰੀ ਰੰਜਿਸ਼ ਹੈ ਕਿ ਇੰਦਰਾ ਗਾਂਧੀ ਨੇ ਫੌਜੀ ਅਫਸਰਾਂ ਦੀਆਂ ਇਹਨਾਂ ਰਾਵਾਂ ਦੀ ਕੱਖ ਪਰਵਾਹ ਨਹੀਂ ਸੀ ਕੀਤੀ। ਅੰਦਰੂਨੀ ਗੜਬੜ ਨੂੰ ਰੋਕਣ, ਦਬਾਉਣ ਦੀ ਲਗਾਤਾਰ ਵੱਧ ਰਹੀ ਲੋੜ ਅਤੇ ਇਸ ਮੰਤਵ ਲਈ ਫੌਜ ਦੀ ਬਦਰੇਗ ਵਰਤੋਂ ਕਰਨ ਦੇ ਰੁਝਾਨ ਵਿਰੁੱਧ ਦੇਸ਼ ਵਿਦੇਸ਼ ਅੰਦਰ ਉੱਠ ਰਹੀ ਆਵਾਜ਼ ਨੂੰ ਦੇਖਦੇ ਹੋਏ ਭਾਰਤੀ ਹਾਕਮਾਂ ਨੇ ਵੱਡੀ ਪੱਧਰ ਤੇ ਨੀਮ ਫੌਜੀ ਦਲਾਂ ਦੀ ਭਰਤੀ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ 1984 ਤੋਂ ਲੈ ਕੇ 1992 ਤੱਕ ਜਦ ਸਿੱਖਾਂ ਤੇ ਕਸ਼ਮੀਰੀ ਲੋਕਾਂ ਦੇ ਖਾੜਕੂ ਸੰਘਰਸ਼ਾਂ ਨੇ ਪੂਰਾ ਵੇਗ ਫੜਿਆ ਹੋਇਆ ਸੀ, 8 ਸਾਲਾਂ ਦੇ ਦੌਰਾਨ ਭਾਰਤ ਵਿੱਚ ਪੁਲਿਸ ਬਲਾਂ ਉੱਤੇ ਹੋਏ ਖਰਚੇ ਵਿੱਚ 410% ਦਾ ਵਾਧਾ ਨੋਟ ਕੀਤਾ ਗਿਆ, ਜਦਕਿ ਇਸੇ ਹੀ ਸਮੇਂ ਦੌਰਾਨ ਫੌਜੀ ਖਰਚਿਆਂ ਵਿੱਚ ਵੀ 3 ਗੁਣਾ ਦੇ ਕਰੀਬ 280% ਵਾਧਾ ਹੋਇਆ। ਇਸ ਅਰਸੇ ਦੌਰਾਨ ਭਾਰਤ ਅੰਦਰ ਨੀਮ ਫੌਜੀ ਦਲਾਂ ਦੀ ਨਫ਼ਰੀ 7 ਲੱਖ ਤੋਂ ਵੀ ਉੱਪਰ ਟੱਪ ਗਈ, ਯਾਨੀ ਇੱਕ ਦਹਾਕੇ ਅੰਦਰ 230% ਦਾ ਵਾਧਾ। ਇਕੱਲੇ ਪੰਜਾਬ ਰਾਜ ਵਿੱਚ ਹੀ ਪੁਲਿਸ ਦਾ ਖਰਚਾ, ਜਿਹੜਾ 1981 ਵਿੱਚ 20 ਕਰੋੜ ਰੁਪਏ ਸੀ, ਉਹ 1993 ਵਿੱਚ ਵੱਧ ਕੇ 700 ਕਰੋੜ ਰੁਪਏ ਤੱਕ ਪੁੱਜਾ। ਪੁਲਿਸ ਤੇ ਫੌਜੀ ਬਲਾਂ ਦੇ ਖਰਚਿਆਂ ਵਿੱਚ ਹੋਇਆ ਇਹ ਬੇਹਤਾਸ਼ਾ ਵਾਧਾ ਭਾਰਤੀ ਰਾਜ ਤੇ ਸੈਨਿਕਕਰਨ ਦੀ ਅਸ਼ੰਕ ਤਸਵੀਰ ਹੀ ਮੁਹੱਈਆ ਕਰਦਾ ਹੈ। ਇਸ ਦੇ ਨਾਲ ਹੀ ਰਾਜ ਨੂੰ ਅੱਤ ਦਰਜੇ ਦੇ ਜਾਬਰ ਕਾਨੂੰਨਾਂ ਨਾਲ ਲੈਸ ਕਰਨ ਦਾ ਅਮਲ ਵੀ ਬਰਾਬਰ ਇੰਨੀ ਹੀ ਤੇਜ਼ੀ ਤੇ ਭਿਆਨਕਤਾ ਨਾਲ ਚੱਲਿਆ। ਇਸੇ ਦੌਰਾਨ ਤੀਜੀ ਦੁਨੀਆ ਦੇ ਕੁਝ ਹੋਰਨਾਂ ਦੇਸ਼ਾਂ ਵਾਂਗ ਹੀ ਭਾਰਤ ਅੰਦਰ ਵੀ ਸੱਤਾ ਦੇ ਸਮੀਕਰਨ ਦਾ ਰੁਝਾਨ ਵੀ ਲਗਾਤਾਰ ਤਾਕਤ ਦੇ ਵੇਗ ਫੜਦਾ ਚਲਾ ਗਿਆ, ਕਿਉਂਕਿ ਇਸ ਅਮਲ ਨੇ ਵੱਧ ਗਤੀ ਸ਼ਕਤੀ ਇੰਦਰਾ ਗਾਂਧੀ ਦੇ ਰਾਜਕਾਲ ਦੌਰਾਨ ਹਾਸਲ ਕੀਤੀ ਅਤੇ ਕਿਉਂਕਿ ਇੰਦਰਾ ਗਾਂਧੀ ਨੇ ਭਾਰਤ ਅੰਦਰ ਜਾਤੀ ਤੌਰ ਤੇ ਸਭ ਨਾਲੋਂ ਵੱਧ ਲੰਮਾ ਸਮਾਂ ਰਾਜ ਕੀਤਾ। ਅਤੇ ਸਭ ਤੋਂ ਵੱਡੀ ਗੱਲ, ਕਿਉਂਕਿ ਇੰਦਰਾ ਗਾਂਧੀ ਦੇ ਰਾਜ ਕਰਨ ਦੇ ਢੰਗ ਤਰੀਕੇ ਵਿੱਚ ਨਿੱਜਵਾਦ ਤੇ ਆਪ ਹੁਦਰੇਪਣ ਦੀਆਂ ਰੁਚੀਆਂ ਬਹੁਤ ਹੀ ਕੁੱਡਰ ਸ਼ਕਲ ਵਿੱਚ ਪ੍ਰਗਟ ਹੋਈਆਂ। ਇਸ ਕਰਕੇ ਆਮ ਸੂਝ ਦੇ ਪੱਧਰ ਤੇ ਭਾਰਤ ਅੰਦਰ ਸੱਤਾ ਦੇ ਸ਼ਖਸੀਕਰਨ ਦਾ ਭੈੜ ਨਿਰੋਲ ਅਤੇ ਥੋਕ ਰੂਪ ਵਿੱਚ ਇੰਦਰਾ ਦੇ ਨਾਂ ਹੀ ਲੱਗ ਗਿਆ।
ਅਸਲ ਵਿੱਚ ਭਾਰਤ ਰਾਜ ਅਤੇ ਰਾਜਨੀਤੀ ਦੇ ਸਾਰੇ ਐਬਾਂ ਨੂੰ ਵਿਅਕਤੀਗਤ ਰੂਪ ਵਿੱਚ ਇੰਦਰਾ ਗਾਂਧੀ ਦੇ ਹੀ ਨਾਂ ਨਾਲ ਜੋੜ ਦੇਣ ਦੀ ਧਾਰਨਾ ਅਤੇ ਪਹੁੰਚ ਪੁੱਜ ਕੇ ਕਬੂਲ ਹੋ ਗਈ। ਸਿਰਫ ਆਮ ਸੂਝ ਦੇ ਪੱਧਰ 'ਤੇ ਹੀ ਨਹੀਂ, ਭਾਰਤ ਦੇ ਬੁੱਧੀਮਾਨ ਵਰਗ ਦੇ ਤਕੜੇ ਹਿੱਸਿਆਂ ਵੱਲੋਂ ਵੀ ਆਪਣੀਆਂ ਲਿਖਤਾਂ ਵਿੱਚ ਇਸ ਸਮਝ ਨੂੰ ਜ਼ੋਰਦਾਰ ਰੂਪ ਵਿੱਚ ਉਭਾਰਿਆ ਗਿਆ, ਜਿਸ ਸਦਕਾ ਸਧਾਰਨ ਲੋਕਾਂ ਅੰਦਰ ਇਹ ਧਾਰਨਾ ਹੋਰ ਡੂੰਘੀਆਂ ਜੜ੍ਹਾਂ ਫੜ ਗਈ। ਇਸ ਗੱਲ ਨੇ ਭਾਰਤ ਅੰਦਰ ਖਰੀ ਜਮਹੂਰੀ ਚੇਤਨਾ ਅਤੇ ਲਹਿਰ ਦੇ ਵਿਕਾਸ ਉੱਤੇ ਕਾਫੀ ਨਾਪੱਖੀ ਅਸਰ ਛੱਡੇ ਹਨ। ਹਰ ਸਮਾਜਿਕ ਘਟਨਾ ਅਤੇ ਵਰਤਾਰੇ ਨੂੰ ਨਾਇਕ ਖਲਨਾਇਕ ਦੇ ਪ੍ਰਸੰਗ ਵਿੱਚ ਵੇਖਣ ਦੀ ਆਦਤ ਅਤੇ ਰੁਚੀ ਦਾ ਸਮਾਜ ਅੰਦਰ ਵੈਸੇ ਹੀ ਬਹੁਤ ਬੋਲਬਾਲਾ ਹੈ। ਇੰਦਰਾ ਗਾਂਧੀ ਦੇ ਸਮੁੱਚੇ ਰਾਜਨੀਤਿਕ ਵਿਹਾਰ ਉੱਤੇ ਸਰਸਰੀ ਜਿਹੀ ਨਜ਼ਰ ਮਾਰਿਆਂ ਹੀ ਉਸ ਦੀ ਵਿਅਕਤੀਵਾਦੀ ਤੇ ਅੱਖੜਬਾਜ਼ ਸ਼ਖਸੀਅਤ ਪ੍ਰਤੱਖ ਉਘੜ ਆਉਂਦੀ ਹੈ, ਪਰੰਤੂ ਉਸ ਦੇ ਰਾਜਨੀਤਿਕ ਵਿਹਾਰ ਨੂੰ ਜੇਕਰ ਭਾਰਤੀ ਰਾਜ ਦੇ ਮੂਲ ਖਾਸੇ ਅਤੇ ਇਸ ਨੂੰ ਦਰਪੇਸ਼ ਸੰਕਟ ਦੇ ਸਮਕਾਲੀ ਯਥਾਰਥ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ, ਤਾਂ ਇਸ ਦੌਰਾਨ ਦੀਆਂ ਰਾਜਸੀ ਘਟਨਾਵਾਂ ਤੇ ਵਰਤਾਰਿਆਂ ਨੂੰ ਠੀਕ ਰੂਪ ਵਿੱਚ ਸਮਝ ਸਕਣਾ ਸੰਭਵ ਹੀ ਨਹੀਂ ਹੋ ਸਕਦਾ। ਇਸ ਮਾਮਲੇ ਵਿੱਚ ਕੁਝ ਅਹਿਮ ਸੱਚਾਈਆਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਸਭ ਨਾਲੋਂ ਮੁੱਢਲੀ ਗੱਲ ਇਸ ਤੱਥ ਬਾਰੇ ਰੱਤੀ ਭਰ ਕੋਈ ਸੰਦੇਹ ਨਹੀਂ ਹੈ ਕਿ ਇੰਦਰਾ ਗਾਂਧੀ ਦੇ ਸੁਭਾਅ ਤੇ ਰਾਜਸੀ ਆਚਾਰ ਵਿਹਾਰ ਅੰਦਰ ਪ੍ਰਗਟ ਹੋਇਆ ਉਪਰੋਕਤ ਕੁਰਚੀਆਂ ਨੇ ਭਾਰਤ ਅੰਦਰ ਜਮਹੂਰੀ ਢਾਂਚੇ ਨੂੰ ਵੱਡੀ ਪੱਧਰ ਤੇ ਤਬਾਹ ਕਰਕੇ ਰੱਖ ਦਿੱਤਾ। ਪਰ ਜਿਵੇਂ ਕਿ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ, ਭਾਰਤ ਅੰਦਰ ਜਮਹੂਰੀਅਤ ਦੀਆਂ ਬੁਨਿਆਦਾਂ ਜੇਕਰ ਇੰਨੀਆਂ ਕਮਜ਼ੋਰ ਤੇ ਖੋਖਲੀਆਂ ਨਾ ਹੁੰਦੀਆਂ ਤਾਂ ਆਪਣੀਆਂ ਸਭਨਾਂ ਧੱਕੜਸ਼ਾਹੀ ਰੁਚੀਆਂ ਦੇ ਬਾਵਜੂਦ ਇੰਦਰਾ ਗਾਂਧੀ ਨੇ ਭਾਰਤੀ ਰਾਜ ਦੇ ਢਾਂਚੇ ਨੂੰ ਇਸ ਹੱਦ ਤੱਕ ਢਾਹ ਲਾਉਣ ਵਿੱਚ ਸਫਲ ਨਹੀਂ ਸੀ ਹੋ ਸਕਣਾ। ਉਲਟਾ ਜਮਹੂਰੀ ਢਾਂਚੇ ਦੀ ਮਜ਼ਬੂਤੀ ਇੰਦਰਾ ਗਾਂਧੀ ਦੀਆਂ ਗੈਰ ਜਮਹੂਰੀ ਰੁਚੀਆਂ ਨੂੰ ਨਕੇਲ ਪਾਉਣ ਵਿੱਚ ਮਦਦਗਾਰ ਸਾਬਤ ਹੋਈ ਹੁੰਦੀ। ਭਾਰਤੀ ਜਮਹੂਰੀਅਤ ਦੀ ਇਸ ਮਿਆਦੀ ਕਮਜ਼ੋਰੀ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਦੂਜੀ ਗੱਲ, ਇੰਦਰਾ ਗਾਂਧੀ ਦੀ ਅਗਵਾਈ ਹੇਠ ਸੱਤਾ ਦੇ ਸ਼ਖਸੀਕਰਨ ਦਾ ਜੋ ਅਮਲ ਚੱਲਿਆ, ਉਹ ਸੱਤਾ ਦੇ ਕੇਂਦਰੀਕਰਨ ਦੇ ਅਮਲ ਨਾਲ ਰੰਗਘੜੀ ਪਾ ਕੇ ਚੱਲਿਆ ਅਤੇ ਸੱਤਾ ਦਾ ਇਹ ਕੇਂਦਰੀਕਰਨ ਭਾਰਤ ਅੰਦਰ ਪੈਦਾ ਹੋਈ ਇੱਕ ਖਾਸ ਕਿਸਮ ਦੀ ਰਾਜਨੀਤਿਕ ਹਾਲਤ ਦੇ ਪ੍ਰਤੀਕਰਮ ਵਜੋਂ ਇੱਕ ਵਿਸ਼ੇਸ਼ ਕਿਸਮ ਦੇ ਰਾਜਸੀ ਵਾਤਾਵਰਣ ਵਿੱਚ ਪ੍ਰਵਾਨ ਚੜ੍ਹਿਆ। ਇਸ ਅਮਲ ਨੂੰ ਸਿਰੇ ਲਾਉਣ ਲਈ ਇੰਦਰਾ ਨੇ ਖਾਸ ਕਿਸਮ ਦੇ ਮੁੱਦਿਆਂ ਤੇ ਨਾਅਰਿਆਂ ਦਾ ਇਸਤੇਮਾਲ ਕੀਤਾ। ਦੇਸ਼ ਦੇ ਬਹੁਗਿਣਤੀ ਵਰਗ ਨੇ ਇਹਨਾਂ ਨਾਅਰਿਆਂ ਪ੍ਰਤੀ ਬੇਹੱਦ ਕਬੂਲਵਾਂ ਹੁੰਗਾਰਾ ਭਰਿਆ। ਖਾਸ ਤੇ ਅਹਿਮ ਗੱਲ ਇਹ ਹੈ ਕਿ ਦੇਸ਼ ਦੀਆਂ ਸਭਨਾਂ ਹੀ ਪ੍ਰਮੁੱਖ ਰਾਜਸੀ ਪਾਰਟੀਆਂ ਦਾ ਬੁਨਿਆਦੀ ਸਿਧਾਂਤਕ ਪੋਜੀਸ਼ਨਾਂ ਦੇ ਨਜ਼ਰੀਏ ਤੋਂ ਇੰਦਰਾ ਗਾਂਧੀ ਨਾਲ ਕੋਈ ਮੁੱਲ ਵਿਰੋਧ ਵਖਰੇਵਾਂ ਨਹੀਂ ਸੀ। ਇਸ ਕਰਕੇ ਦੇਸ਼ ਦੇ ਲੋਕਾਂ ਤੇ ਰਾਜਸੀ ਪਾਰਟੀਆਂ ਦੇ ਪੱਧਰ ਤੇ ਕਿਸੇ ਅਸਰਦਾਰ ਵਿਰੋਧ ਦੀ ਗੈਰ ਮੌਜੂਦਗੀ ਵਿੱਚ ਇੰਦਰਾ ਗਾਂਧੀ ਲਈ ਕਮਜ਼ੋਰ ਨੀਹਾਂ ਤੇ ਉਸਰੇ ਜਮਹੂਰੀ ਢਾਂਚੇ ਨੂੰ ਢਾਹ ਲਾ ਕੇ ਦੇਸ਼ ਅੰਦਰ ਇੱਕ ਤਰ੍ਹਾਂ ਦਾ ਇੱਕ ਪੁਰਖੀ ਤਾਨਾਸ਼ਾਹੀ ਰਾਜ ਕਾਇਮ ਕਰਨਾ ਅਤੇ ਇਸ ਦਾ ਮਿੱਥੇ ਹੋਏ ਵਰਗਾਂ ਤੇ ਵਿਰੋਧੀਆਂ ਦੇ ਖਿਲਾਫ ਇਸਤੇਮਾਲ ਕਰਨਾ ਮੁਕਾਬਲਤਨ ਸੁਖਾਲਾ ਹੋ ਗਿਆ। ਇੰਦਰਾ ਦਾ ਮੂਲ ਸਿਧਾਂਤਕ ਨਜ਼ਰੀਆ ਇਹ ਸੀ ਕਿ ਸਮੁੱਚਾ ਭਾਰਤ ਇੱਕ ਇਕਹਿਰੀ ਕੌਮ ਹੈ, ਜਿਸ ਦੀ ਕੌਮੀ ਏਕਤਾ ਤੇ ਅਖੰਡਤਾ ਉੱਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਭਾਰਤ ਇਹ ਕਿ ਭਾਰਤ ਦੀਆਂ ਭੂਗੋਲਿਕ ਹੱਦਾਂ ਅੰਦਰ ਵਸਦੇ ਸਾਰੇ ਵਰਗ, ਉਹਨਾਂ ਦਾ ਧਰਮ, ਨਸਲ, ਜਾਤ, ਬੋਲੀ ਤੇ ਸੱਭਿਆਚਾਰ ਕੋਈ ਵੀ ਹੋਵੇ, ਇੱਕੋ ਸਾਂਝੀ ਤੇ ਵਡੇਰੀ ਭਾਰਤੀ ਕੌਮ ਦੇ ਹੀ ਅੰਗ ਹਨ। ਭਾਰਤ ਦੇ ਸਭਨਾਂ ਲੋਕਾਂ ਦੀ ਜੇਕਰ ਕੋਈ ਸਰਬ ਸਾਂਝੀ ਪਛਾਣ ਹੈ ਤਾਂ ਇਹੋ ਹੈ। ਇਹ ਹਾਥੀ ਦੀ ਪੈੜ ਵਿੱਚ ਹੀ ਸਭ ਕੁਝ ਆ ਜਾਂਦਾ ਹੈ। ਜੇਕਰ ਕੋਈ ਵਰਗ ਇਸ ਪੈੜ ਤੋਂ ਬਾਹਰੀ ਆਪਣੀ ਵੱਖਰੀ ਪੈੜ ਦੀ ਗੱਲ ਕਰਦਾ ਹੈ, ਅਰਥਾਤ ਜੇਕਰ ਕੋਈ ਵਰਗ ਆਪਣੀ ਵੱਖਰੀ ਪਛਾਣ ਦੀ ਗੱਲ ਇਸ ਰੂਪ ਵਿੱਚ ਕਰਦਾ ਹੈ ਕਿ ਉਹ ਭਾਰਤ ਨੂੰ ਇੱਕ ਇਕਹਿਰੀ ਕੌਮ ਮੰਨਣ ਅਤੇ ਇਸ ਕੌਮ ਦਾ ਲਘੂ ਅੰਗ ਹੋਣ ਤੇ ਬਣੇ ਰਹਿਣ ਤੋਂ ਇਨਕਾਰੀ ਹੁੰਦਾ ਹੈ, ਤਾਂ ਉਹ ਦੇਸ਼ ਨਾਲ ਧਰੋਹ ਤੇ ਦੁਸ਼ਮਣੀ ਪੁਗਾਉਣ ਦਾ ਦੋਸ਼ੀ ਹੋ ਨਿਬੜਦਾ ਹੈ। ਇਹ ਧਾਰਨਾ ਇਕੱਲੀ ਇੰਦਰਾ ਗਾਂਧੀ ਦੀ ਨਹੀਂ ਸੀ। ਭਾਰਤ ਦੇ ਬਹੁਗਿਣਤੀ ਵਰਗ ਦੇ ਆਗੂਆਂ ਦੀ ਮੁੱਢ ਤੋਂ ਹੀ
ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੁੱਢ ਕਾਲ ਤੋਂ ਹੀ ਇਹ ਪੱਕੀ ਧਾਰਨਾ ਬਣੀ ਹੋਈ ਹੈ। 1947 ਵਿੱਚ ਭਾਰਤ ਦੀ ਆਜ਼ਾਦੀ ਤੇ ਬਟਵਾਰੇ ਤੋਂ ਬਾਅਦ ਜੇਕਰ ਕਿਸੇ ਵੀ ਵਰਗ ਨੇ ਆਪਣੀ ਨਿਵੇਕਲੀ ਪਛਾਣ ਨਾਲ ਇੱਕ ਖਾਸ ਹੱਦ ਤੋਂ ਵੱਧ ਮੋਹ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਤਾਂ ਹਿੰਦ ਹਾਕਮਾਂ ਨੇ ਇਸ ਨੂੰ ਝਟਪਟ ਵੱਖਵਾਦੀ ਰੁਚੀ ਦਾ ਨਾਂ ਦੇ ਕੇ ਸਖਤੀ ਨਾਲ ਕੁਚਲ ਦੇਣ ਦਾ ਕਠੋਰ ਰੁਖ ਤੇ ਵਤੀਰਾ ਪ੍ਰਗਟਾਇਆ। ਭਾਰਤ ਦਾ ਸਮੁੱਚਾ ਹੁਕਮਰਾਨ ਵਰਗ ਇਸ ਗੱਲ ਬਾਰੇ ਮੁੱਢੋਂ ਹੀ ਪੂਰੀ ਤਰ੍ਹਾਂ ਚੇਤਨ ਸੀ ਕਿ ਦੇਸ਼ ਭਰ ਦੇ ਅਲੱਗ-ਅਲੱਗ ਧਰਮਾਂ, ਜਾਤਾਂ ਤੇ ਸੱਭਿਆਚਾਰਾਂ ਵਿੱਚ ਵੰਡੇ ਲੋਕਾਂ ਨੂੰ ਇੱਕ ਸਰਬ ਸਾਂਝੀ ਕੌਮ ਪਛਾਣ ਮੁਹੱਈਆ ਕਰਨ ਦਾ ਕਾਰਜ ਕਿਸੇ ਵੀ ਲਿਹਾਜ਼ ਨਾਲ ਸਰਲ ਅਤੇ ਸੁਖਾਲਾ ਨਹੀਂ, ਬਲਕਿ ਬੇਹੱਦ ਔਕੜਾਂ ਤੇ ਗੁੰਝਲਾਂ ਭਰਿਆ ਹੈ। ਅਜਿਹਾ ਕਠਿਨ ਕਾਰਜ ਇੱਕ ਮਜ਼ਬੂਤ ਰਾਜ ਦੀ ਸਰਪ੍ਰਸਤੀ ਹੇਠ ਹੀ ਨਿਪੇਰੇ ਚਾੜਿਆ ਜਾ ਸਕਦਾ ਹੈ। ਭਾਰਤ ਦੇ ਸਮੁੱਚੇ ਹੁਕਮਰਾਨ ਵਰਗ ਅੰਦਰ 1947 ਤੋਂ ਹੀ ਇਸ ਮੁੱਦੇ ਤੇ ਨਿਰੰਤਰ ਪੂਰਨ ਸਹਿਮਤੀ ਬਣੀ ਆ ਰਹੀ ਹੈ ਅਤੇ ਇਸ ਮਾਮਲੇ ਤੇ ਉਸ ਨੂੰ ਭਾਰਤ ਦੇ ਬਹੁਗਿਣਤੀ ਭਾਈਚਾਰੇ ਦੀ ਨਿਰੰਤਰ ਹਮਾਇਤ ਤੇ ਹੱਲਾਸ਼ੇਰੀ ਮਿਲਦੀ ਰਹੀ ਹੈ। ਇਹ ਅਜਿਹਾ ਮੁੱਦਾ ਹੈ ਜਿਸ ਤੇ ਦੇਸ਼ ਦੀਆਂ ਸਭ ਪ੍ਰਮੁੱਖ ਰਾਜਸੀ ਪਾਰਟੀਆਂ ਸਮੇਤ ਰਵਾਇਤੀ ਖੱਬੇ ਪੱਖੀ ਧਿਰਾਂ ਦੇ ਬਹੁਤ ਆਸਾਨੀ ਨਾਲ ਇੱਕ ਮਤ ਦੇ ਇਕਜੁੱਟ ਹੋ ਜਾਂਦੀਆਂ ਹਨ। ਭਾਰਤ ਹੁਕਮਰਾਨ ਵਰਗ ਨੇ ਭਾਰਤ ਅੰਦਰ ਰਾਜ ਅਤੇ ਕੌਮ ਦੇ ਨਿਰਮਾਣ ਵਿੱਚ ਇਸ ਮੁੱਦੇ ਦੀ ਸੁਚੇਤ ਰੂਪ ਵਿੱਚ ਵਰਤੋਂ ਕਰਨ ਦਾ ਅਡੋਲ ਯੁੱਧ ਨੀਤਿਕ ਪੈਂਤੜਾ ਅਪਣਾਇਆ। ਇਸ ਮੰਤਵ ਲਈ 1947 ਦੇ ਬਟਵਾਰੇ ਦੇ ਮਾਨਵੀ ਦੁਖਾਂਤ ਦੀ ਇੱਕ ਅਹਿਮ ਮਨੋਵਿਗਿਆਨਿਕ ਤੱਥ ਦੇ ਰੂਪ ਵਿੱਚ ਬੇਦਰੇਗ ਵਰਤੋਂ ਕੀਤੀ ਗਈ। ਜਦੋਂ ਵੀ ਕਿਸੇ ਵਰਗ ਨੇ ਆਪਣੀ ਨਿਵੇਕਲੀ ਸੱਭਿਆਚਾਰਕ ਪਛਾਣ ਦੀ ਰੱਖਿਆ ਕਰਨ ਲਈ ਖੇਤਰੀ ਖੁਦਮੁਖਤਿਆਰੀ ਦਾ ਨਾਅਰਾ ਬੁਲੰਦ ਕੀਤਾ ਤਾਂ ਦੇਸ਼ ਭਰ ਅੰਦਰ ਭਾਰਤ ਦੀ ਭੂਗੋਲਿਕ ਏਕਤਾ ਨੂੰ ਖਤਰੇ ਦੀ ਡੋਡੀ ਪਿੱਟ ਦਿੱਤੀ ਗਈ। ਇਸ ਉੱਤੇ ਦੇਸ਼ ਦੀ ਇੱਕ ਹੋਰ ਕੁਲਹੀਣੀ ਵੰਡ ਕਰਨ ਦੀ ਦੇਸ਼ ਵਿਰੋਧੀ ਸਾਜ਼ਿਸ਼ ਦਾ ਠੱਪਾ ਲਾ ਕੇ ਇਸ ਦੇ ਖਿਲਾਫ ਦੇਸ਼ ਭਰ ਅੰਦਰ ਮਤਸਬੀ ਮਾਹੌਲ ਪੈਦਾ ਕਰਨ ਦੇ ਯਤਨ ਕੀਤੇ ਗਏ। ਬਹੁਗਿਣਤੀ ਵਰਗ ਦੇ ਮਨਾਂ ਅੰਦਰ ਕੌਮ ਪ੍ਰਸਤੀ ਦਾ ਝੱਲ ਪੈਦਾ ਕਰਨ ਲਈ ਇਨ੍ਹਾਂ ਲਹਿਰਾਂ ਦਾ ਦੇਸ਼ ਦੇ ਬਾਹਰੀ ਦੁਸ਼ਮਣਾਂ ਨਾਲ ਸੰਬੰਧ ਦਰਸਾਉਣ ਲਈ ਮਨਘੜਤ ਝੂਠਾਂ ਦਾ ਆਸਰਾ ਲਿਆ ਜਾਂਦਾ ਰਿਹਾ। ਭਾਰਤ ਦੇ ਦੋ ਗਵਾਂਢੀ ਮੁਲਕਾਂ ਪਾਕਿਸਤਾਨ ਤੇ ਚੀਨ ਨੂੰ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਜੱਦੀ ਦੁਸ਼ਮਣ ਦਰਸਾ ਕੇ ਖੇਤਰੀ ਖੁਦਮੁਖਤਿਆਰੀ ਦੇ ਹੱਕ ਵਿੱਚ ਉੱਠਣ ਵਾਲੀ ਹਰ ਲਹਿਰ ਨੂੰ ਇਨ੍ਹਾਂ ਗਵਾਂਢੀ ਮੁਲਕਾਂ ਦੀ ਸਾਜ਼ਿਸ਼ ਕਰਾਰ ਦੇਣ ਦਾ ਝੂਠ ਇੰਨੀ ਬਕਾਇਦਗੀ ਤੇ ਪ੍ਰਬੀਨਤਾ ਨਾਲ ਬੋਲਿਆ ਜਾਂਦਾ ਹੈ ਕਿ ਆਮ ਆਦਮੀ ਇਸ ਝੂਠ ਗੁੱਦੇ ਪ੍ਰਚਾਰ ਦਾ ਅਸਰ ਸਹਿਜੇ ਹੀ ਕਬੂਲ ਲੈਂਦਾ ਹੈ। ਸੱਤਾ ਵਿੱਚ ਆਉਣ ਅਤੇ ਆਪਣੀ ਪੋਜੀਸ਼ਨ ਨੂੰ ਪੱਕੇ ਪੈਰੀ ਕਰਨ ਲਈ ਇੰਦਰਾ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵੀ ਸੱਜੇ ਪੱਖੀ ਵਿਚਾਰਧਾਰਕ ਝੁਕਾਅ ਰੱਖਣ ਵਾਲੀ ਲਾਂਬੀ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇੰਦਰਾ ਗਾਂਧੀ ਨੇ ਉਸ ਵੇਲੇ ਇਸ ਸੱਜੇ ਪੱਖੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਭਾਰਤ ਦੀਆਂ ਖੱਬੇ ਪੱਖੀ ਤਾਕਤਾਂ ਨਾਲ ਸਾਂਝ ਭਿਆਲੀ ਦਾ ਪੇਚਕ ਰਾਜਨੀਤਿਕ ਰੁਖ ਅਪਣਾਇਆ। ਕੌਮਾਂਤਰੀ ਪੱਧਰ ਤੇ ਦੋ ਮਹਾਸ਼ਕਤੀਆਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚਕਾਰ ਚੱਲ ਰਹੇ ਸ਼ੀਤ ਯੁੱਧ ਵਿੱਚ ਇੰਦਰਾ ਗਾਂਧੀ ਦਾ ਝੁਕਾਅ ਸੋਵੀਅਤ ਯੂਨੀਅਨ ਵੱਲ ਹੋਣ ਕਰਕੇ ਭਾਰਤ ਅੰਦਰਲੀਆਂ ਅਮਰੀਕਾ ਪੱਖੀ ਤਾਕਤਾਂ ਇੰਦਰਾ ਗਾਂਧੀ ਦੇ ਵਿਰੋਧ ਵਿੱਚ ਲਾਮਬੰਦ ਹੋ ਗਈਆਂ ਸਨ। ਇਸ ਦੇ ਜਵਾਬ ਵਿੱਚ ਖੱਬੇ ਪੱਖੀ ਰਾਜਸੀ ਧਿਰਾਂ ਨੇ ਭਾਰਤ ਅੰਦਰ ਸੋਵੀਅਤ ਯੂਨੀਅਨ ਦੇ ਹਿੱਤਾਂ ਦੀ ਸੇਵਾ ਪੂਰਤੀ ਕਰਨ ਲਈ ਭਾਰਤ ਵਿਰੁੱਧ ਪੱਛਮੀ ਸਾਮਰਾਜੀ ਤਾਕਤਾਂ ਦੇ ਖਤਰਨਾਕ ਮਨਸੂਬਿਆਂ ਦਾ ਖੂਬ ਢੋਲ ਪਿੱਟਿਆ। ਸੰਸਾਰ ਪੱਧਰ ਤੇ ਦੋ ਮਹਾਸ਼ਕਤੀਆਂ ਵਿਚਕਾਰ ਚੱਲ ਰਹੇ ਖਹਿ ਭੇੜ ਅੰਦਰ ਭਾਰਤ ਦੀ ਕੇਂਦਰੀ ਹਕੂਮਤ ਤੇ ਆਮ ਜਨਤਾ ਨੂੰ ਸੋਵੀਅਤ ਯੂਨੀਅਨ ਦੇ ਪੱਖ ਵਿੱਚ ਪ੍ਰੇਰਨ ਤੇ ਲਾਮਬੰਦ ਕਰਨ ਦੀ ਮਨਸ਼ਾ ਨਾਲ ਉਹਨਾਂ ਭਾਰਤ ਅੰਦਰ ਆਪਣੀ ਨਾਪਸੰਦੀ ਦੇ ਹਰ ਰਾਜਨੀਤਿਕ ਕਰਮ ਅਤੇ ਘਟਨਾ ਨੂੰ ਸਾਮਰਾਜੀ ਤਾਕਤਾਂ ਵੱਲੋਂ ਭਾਰਤ ਨੂੰ ਟੁਕੜੇ ਕਰਨ ਦੀਆਂ ਖਤਰਨਾਕ ਸਾਜ਼ਿਸ਼ਾਂ ਦੀ ਕੜੀ ਦੇ ਰੂਪ ਵਿੱਚ ਪੇਸ਼ ਕਰਨ ਦੀ ਭੰਡਨੂਮਾ ਰਾਜਨੀਤੀ ਦਾ ਬਹੁਤ ਹੀ ਕੋਹਝਾ ਪ੍ਰਦਰਸ਼ਨ ਕੀਤਾ। ਉਹਨਾਂ ਇਸ ਸੰਦਰਭ ਵਿੱਚ ਹੀ ਭਾਰਤ ਦੇ ਕਈ ਖੇਤਰਾਂ ਵਿੱਚ ਉੱਠੇ ਜਾਨਦਾਨ ਨਕਸਲੀ ਅੰਦੋਲਨ ਨੂੰ ਵੀ ਇਸ ਦੁਆਰਾ ਅਪਣਾਏ ਸੋਵੀਅਤ ਰੂਸ ਵਿਰੋਧੀ ਵਿਚਾਰਧਾਰਕ ਰੁਖ ਦੀ ਵਜ੍ਹਾ ਕਰਕੇ CIA ਨਾਮੀ ਅਮਰੀਕੀ ਖੁਫੀਆ ਏਜੰਸੀ ਦੇ ਨਾਮ ਮੜਨ ਤੋਂ ਸੰਕੋਚ ਨਹੀਂ ਸੀ ਕੀਤਾ। ਇਸ ਤਰ੍ਹਾਂ ਸੋਵੀਅਤ ਭਗਤੀ ਦੇ ਜਨੂੰਨ ਵਿੱਚ ਅੰਨੀ ਹੋਈ ਰਵਾਇਤੀ ਖੱਬੇ ਪੱਖੀ ਧਿਰ ਨੇ
ਸਥਾਪਿਤ ਨਿਜ਼ਾਮ ਲਈ ਚੁਣੌਤੀ ਬਣ ਕੇ ਉੱਭਰੇ ਨਕਸਲੀ ਅੰਦੋਲਨ ਨੂੰ ਕੁਚਲਣ ਵਿੱਚ ਭਾਰਤੀ ਰਾਜ ਦਾ ਸਰਗਰਮੀ ਨਾਲ ਹੱਥ ਵਟਾਇਆ। ਇੰਦਰਾ ਗਾਂਧੀ ਦੀਆਂ ਵਿਰੋਧੀ ਸੱਜੇ ਪੱਖੀ ਰਾਜਸੀ ਤਾਕਤਾਂ ਨੇ ਵੀ ਆਪਣੇ ਵਿਚਾਰਧਾਰਕ ਤੇ ਜਮਾਤੀ ਹਿੱਤਾਂ ਦੀ ਦ੍ਰਿਸ਼ਟੀ ਤੋਂ ਨਕਸਲੀ ਅੰਦੋਲਨ ਦੇ ਵਿਰੁੱਧ ਇੰਦਰਾ ਗਾਂਧੀ ਨੂੰ ਆਪਣੀ ਪੂਰਨ ਹਮਾਇਤ ਜੁਟਾਈ। ਇਸ ਤਰ੍ਹਾਂ ਭਾਰਤੀ ਰਾਜ ਨੂੰ ਨਕਸਲੀ ਅੰਦੋਲਨ ਦੇ ਰੂਪ ਵਿੱਚ ਦਰਪੇਸ਼ ਹੋਈ ਗੰਭੀਰ ਚੁਣੌਤੀ ਨੂੰ ਕੁਚਲਣ ਲਈ ਭਾਰਤ ਦੀਆਂ ਸਭਨਾਂ ਪ੍ਰਮੁੱਖ ਰਾਜਸੀ ਤਾਕਤਾਂ ਵਿਚਕਾਰ ਪੈਦਾ ਹੋਈ ਆਮ ਸਹਿਮਤੀ ਨੇ ਭਾਰਤੀ ਰਾਜ ਨੂੰ ਵਧੇਰੇ ਜਾਬਰ ਤੇ ਖੁਖਾਰ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਈ। ਇੰਦਰਾ ਗਾਂਧੀ ਦੀ ਸੱਤਾ ਦਾ ਪਹਿਲਾ ਦਹਾਕਾ ਖੱਬੇ ਪੱਖੀ ਤਾਕਤਾਂ ਨਾਲ ਉਸ ਦੇ ਨਿੱਘੇ ਮੇਲ ਮਿਲਾਪ ਦਾ ਦੌਰ ਸੀ, ਜਦ ਉਹ ਭਾਰਤੀ ਲੋਕਾਂ ਅੰਦਰ ਰਾਸ਼ਟਰੀ ਏਕਤਾ ਦਾ ਜਜ਼ਬਾ ਪ੍ਰਫੁੱਲਤ ਕਰਨ ਲਈ ਅਤੇ ਨਾਲ ਹੀ ਆਪਣੀ ਵਿਰੋਧੀ ਸੱਜੇ ਪੱਖੀ ਧਿਰ ਨੂੰ ਨਕਾਰਾ ਕਰਨ ਲਈ ਹਿੰਦੂ ਕੱਟੜਪੰਥੀ ਤਾਕਤਾਂ ਨੂੰ ਦੇਸ਼ ਅੰਦਰ ਫਿਰਕੂ ਵਿਰੋਧੀ ਵਖਰੇਵੇ ਪੈਦਾ ਕਰਨ ਦੀਆਂ ਦੋਸ਼ੀ ਠਹਿਰਾ ਕੇ ਵਿਚਾਰਧਾਰਕ ਹਮਲੇ ਦਾ ਤਿੱਖਾ ਨਿਸ਼ਾਨਾ ਬਣਾਉਣ ਦੀ ਚੇਤਨ ਰਣਨੀਤੀ ਅਪਣਾ ਕੇ ਚੱਲੀ। ਪਰੰਤੂ 80ਵੇਂ ਦੇ ਦਹਾਕੇ ਤੱਕ ਪਹੁੰਚਦਿਆਂ ਭਾਰਤ ਦੀ ਸਮਾਜੀ ਰਾਜਨੀਤਿਕ ਸਥਿਤੀ ਅੰਦਰ ਆਏ ਅਹਿਮ ਬਦਲਾਅ ਦੇ ਸਨਮੁਖ ਇੰਦਰਾ ਗਾਂਧੀ ਨੂੰ ਆਪਣੀ ਇਸ ਰਣਨੀਤੀ ਅੰਦਰ ਇੱਕਦਮ ਉਲਟਾ ਮੋੜਾ ਲਿਆਉਣਾ ਪਿਆ। ਜਿਵੇਂ ਕਿ ਜ਼ਿਕਰ ਹੋ ਚੁੱਕਾ ਹੈ, 80ਵਿਆਂ 'ਚ ਭਾਰਤ ਅੰਦਰ ਖੇਤਰੀ ਖੁਦਮੁਖਤਿਆਰੀ ਦਾ ਜਜ਼ਬਾ ਤਕੜਾ ਜ਼ੋਰ ਫੜ ਗਿਆ ਸੀ। ਇਸ ਨਵੀਂ ਬਦਲੀ ਹੋਈ ਸਥਿਤੀ ਵਿੱਚ ਪਹਿਲੀ ਪੁਰਾਣੀ ਰਣਨੀਤੀ ਕਾਰ ਆਮਦ ਨਹੀਂ ਸੀ ਹੋ ਸਕਦੀ। ਨਵੀਂ ਚੁਣੌਤੀ ਦਾ ਸਾਹਮਣਾ ਕਰਨ ਵਾਸਤੇ ਇੰਦਰਾ ਗਾਂਧੀ ਲਈ ਨਵੇਂ ਮੁੱਦਿਆਂ ਤੇ ਨਾਅਰਿਆਂ ਦੀ ਚੋਣ ਕਰਨੀ ਜ਼ਰੂਰੀ ਹੋ ਗਈ ਸੀ, ਪਰੰਤੂ ਉਹ ਇਹ ਚੋਣ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਨਹੀਂ ਸੀ। ਕਿਸੇ ਹੁਕਮਰਾਨ ਦੇ ਸਾਹਮਣੇ ਜਦ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਉਹ ਆਪਣੀ ਮਨਮਰਜ਼ੀ ਨਾਲ ਹੀ ਪੈਂਤੜੇ ਦੀ ਚੋਣ ਨਹੀਂ ਕਰ ਸਕਦਾ। ਉਸ ਨੂੰ ਸਮਕਾਲੀ ਸਮਾਜਿਕ ਤੇ ਰਾਜਨੀਤਿਕ ਸਥਿਤੀ ਨੂੰ ਸਾਹਮਣੇ ਰੱਖ ਕੇ ਹੀ ਨਵੀਂ ਚੁਣੌਤੀ ਦੇ ਨਕਸ਼ ਘੜਨੇ ਪੈਂਦੇ ਹਨ। ਇਸ ਮੰਤਵ ਲਈ ਸਮਾਜ ਅੰਦਰ ਪ੍ਰਚਲਿਤ ਅੰਤਰੀਵ ਸਮਾਜੀ ਤੇ ਰਾਜਸੀ ਰੁਝਾਨਾਂ ਦੀ ਟੋਹ ਲੈਣੀ ਅਤੇ ਆਪਣੇ ਰਾਜਸੀ ਕਦਮਾਂ ਨੂੰ ਇਹਨਾਂ ਦੀ ਸੇਧ ਵਿੱਚ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਕੋਈ ਰਾਜਸੀ ਆਗੂ ਜੇਕਰ ਇਹਨਾਂ ਰੁਝਾਨਾਂ ਨੂੰ ਅੱਖੋਂ ਪਰੋਖੇ ਕਰਕੇ ਰਾਜਸੀ ਪੈਂਤੜਾ ਅਪਣਾਉਂਦਾ ਹੈ ਤਾਂ ਉਹ ਸਮੇਂ ਦੀ ਧਾਰਾ ਮੁਰੇ ਟਿਕ ਨਹੀਂ ਸਕਦਾ। ਉਹ ਅਪ੍ਰਸੰਗਿਕ ਹੋ ਕੇ ਹਾਸ਼ੀਏ ਤੇ ਜਾ ਡਿੱਗਦਾ ਹੈ। ਇਸ ਤਰ੍ਹਾਂ ਜਦ ਇੰਦਰਾ ਗਾਂਧੀ 1998 ਵਿੱਚ ਦੁਬਾਰਾ ਸੱਤਾ 'ਚ ਆਈ ਤਾਂ ਦੇਸ਼ ਅੰਦਰ ਧਾਰਮਿਕ ਲੀਹਾਂ ਤੇ ਸਫਬੰਦੀ ਦਾ ਰੁਝਾਨ ਵੱਡੀ ਤਾਕਤ ਗ੍ਰਹਿਣ ਕਰ ਗਿਆ ਸੀ। ਦੇਸ਼ ਅੰਦਰ ਅਫਿਰਕੂ ਆਧਾਰ ਤੇ ਸਰਬ ਸਾਂਝੀ ਭਾਰਤੀ ਕੌਮ ਦੀ ਚੇਤਨਾ ਤੇ ਪਛਾਣ ਵਿਕਸਿਤ ਕਰਨ ਦੇ ਨਹਿਰੂਵਾਦੀ ਸੁਪਨੇ ਦੀਆਂ ਅੰਤਰੀਵ ਕਮਜ਼ੋਰੀਆਂ ਉਗੜ ਕੇ ਸਾਹਮਣੇ ਆ ਗਈਆਂ ਸਨ। ਇਹ ਸੱਚਾਈ ਨੰਗੇ ਰੂਪ ਵਿੱਚ ਪ੍ਰਗਟ ਹੋਣੀ ਸ਼ੁਰੂ ਹੋ ਗਈ ਸੀ ਕਿ ਸਰਬ ਸਾਂਝੀ ਭਾਰਤੀ ਕੌਮ ਦਾ ਸੰਕਲਪ ਨਾ ਸਿਰਫ ਗੈਰ ਯਥਾਰਥਿਕ ਹੈ, ਨਾਲ ਹੀ ਛਲਾਵੇ ਭਰਿਆ ਵੀ ਹੈ, ਕਿਉਂਕਿ ਇਹ ਭਾਰਤ ਅੰਦਰਲੇ ਘੱਟ ਗਿਣਤੀ ਧਾਰਮਿਕ ਤੇ ਕੌਮੀ ਸੱਭਿਆਚਾਰਕ ਭਾਈਚਾਰਿਆਂ ਉੱਤੇ ਹਿੰਦੂਵਾਦੀ ਗਲਬਾ ਮੜਨ ਅਤੇ ਇਸ ਗਲਬੇ ਨੂੰ ਵਾਜਬ ਠਹਿਰਾਉਣ ਦਾ ਅਸਰਦਾਰ ਵਸੀਲਾ ਹੈ। ਭਾਰਤੀ ਰਾਜ ਇਸ ਹਿੰਦੂਵਾਦੀ ਪ੍ਰੋਜੈਕਟ ਨੂੰ ਨਪੇਰੇ ਚਾੜਨ ਵਾਲੀ ਪ੍ਰਮੁੱਖ ਏਜੰਸੀ ਹੈ। ਇਸ ਕਰਕੇ ਇਸ ਏਜੰਸੀ ਨੂੰ ਲਗਾਤਾਰ ਮਜ਼ਬੂਤ ਕਰਨਾ ਬਹੁ ਗਿਣਤੀ ਭਾਈਚਾਰੇ ਦੇ ਹਿੱਤ ਵਿੱਚ ਹੈ, ਜਦ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਲਈ ਇਹ ਗੱਲ ਪੁੱਜ ਕੇ ਹਾਨੀਕਾਰਕ ਹੈ। ਸੋ ਆਪਸੀ ਹਿੱਤਾਂ ਦੇ ਇਸ ਟਕਰਾਅ ਵਿੱਚੋਂ ਇਹ ਭਾਰਤੀ ਸਮਾਜ ਅੰਦਰ ਧਾਰਮਿਕ ਸਾਹਬੰਦੀ ਦਾ ਅਮਲ ਜਨਮ ਲੈਣਾ ਤੇ ਮਜ਼ਬੂਤੀ ਫੜਦਾ ਹੈ। ਬਹੁ ਗਿਣਤੀ ਹਿੰਦੂ ਭਾਈਚਾਰੇ ਦਾ ਵੱਡਾ ਹਿੱਸਾ ਆਪਣੇ ਇਹਨਾਂ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਸਰਬ ਸਾਂਝੀ ਭਾਰਤੀ ਕੌਮ ਦੀ ਉਸਾਰੀ ਅਤੇ ਭਾਰਤੀ ਰਾਜ ਦੀ ਮਜ਼ਬੂਤੀ ਦਾ ਪੱਖ ਲੈਂਦਾ ਹੈ, ਜਦ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤ ਉਹਨਾਂ ਨੂੰ ਭਾਰਤੀ ਰਾਜ ਦੇ ਵਿਰੋਧ ਵਿੱਚ ਲਿਜਾ ਖੜਾ ਕਰਦੇ ਹਨ। ਇਸ ਰੋਸ਼ਨੀ ਵਿੱਚ ਦੇਖਦਿਆਂ 1980 ਵਿੱਚ ਦੁਬਾਰਾ ਸੱਤਾ ਵਿੱਚ ਆਉਣ ਵੇਲੇ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਸੁਚੇਤ ਰੂਪ ਵਿੱਚ ਬਹੁ ਗਿਣਤੀ ਭਾਈਚਾਰੇ ਦੀਆਂ ਫਿਰਕੂ ਭਾਵਨਾਵਾਂ ਨਾਲ ਜੋੜਨ ਅਤੇ ਉਹਨਾਂ ਦੇ ਹਿੱਤਾਂ ਦੀ ਪਾਲਣਹਾਰ ਬਣਨ ਦੇ ਰਾਜਸੀ ਪੈਂਤੜੇ ਦੀ ਚੋਣ ਕਰ ਲਈ ਸੀ। ਇਸ ਨਾਲ ਸੁਭਾਵਿਕ ਹੈ ਉਸ ਦਾ ਖੱਬੇ ਪੱਖੀਆਂ ਨਾਲ ਰਾਜਨੀਤਿਕ ਗੱਠਜੋੜ ਤੜਕ ਕਰਕੇ ਟੁੱਟ ਗਿਆ ਸੀ ਅਤੇ ਇਸ ਦੀ ਜਗ੍ਹਾ ਉਸ ਨੇ ਹਿੰਦੂ ਕੱਟੜਪੰਥੀ ਤਾਕਤ ਨਾਲ ਸਾਂਝ ਗੰਢ ਲਈ ਸੀ। ਇੰਦਰਾ ਗਾਂਧੀ ਦਾ ਇਹ ਰਾਜਨੀਤਿਕ ਪੈਂਤੜਾ ਨਿਰੋਲ ਉਸ ਦੀਆਂ ਨਿੱਜੀਗਤ
ਖਾਹਿਸ਼ਾਂ, ਲੋੜਾਂ ਤੇ ਪ੍ਰਵਿਰਤੀਆਂ ਦੀ ਪੈਦਾਇਸ਼ ਨਹੀਂ ਸੀ। ਇਸ ਦੀ ਭਾਰਤੀ ਰਾਜ ਦੀਆਂ ਵਜੂਦ ਸਮੂਹੀਆਂ ਪ੍ਰਵਿਰਤੀਆਂ ਅਤੇ ਉਸ ਵੇਲੇ ਅੰਦਰੋਂ ਅੰਦਰ ਜ਼ੋਰ ਫੜ ਰਹੀ ਹਿੰਦੂ ਪੁਨਰਵਾਦ ਦੀ ਬਲਵਾਨ ਧਾਰਾ ਨਾਲ ਪੂਰੀ ਤਰ੍ਹਾਂ ਬਰ ਮਿਲਦਾ ਸੀ। ਇਸ ਨਾਲ ਨਿਰਾ ਪੂਰਾ ਇੰਦਰਾ ਗਾਂਧੀ ਨੂੰ ਵਿਅਕਤੀਗਤ ਰੂਪ ਵਿੱਚ ਦਰਪੇਸ਼ ਰਾਜਸੀ ਸੰਕਟ ਤੋਂ ਹੀ ਰਾਹਤ ਨਹੀਂ ਸੀ ਮਿਲਦੀ, ਸਗੋਂ ਇਸ ਦੇ ਨਾਲ ਹੀ ਭਾਰਤੀ ਰਾਜ ਅਤੇ ਰਾਸ਼ਟਰਵਾਦ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਵੀ ਹੁੰਦੀ ਸੀ। ਉਸ ਵੇਲੇ ਭਾਰਤੀ ਹੁਕਮਰਾਨ ਵਰਗ ਅਤੇ ਭਾਰਤੀ ਸਮਾਜ ਦੀਆਂ ਕੁਲੀਨ ਪਰਤਾਂ ਅੰਦਰ ਇਹ ਸੋਚ ਅਤੇ ਧਾਰਨਾ ਵਧੇਰੇ ਮਕਬੂਲ ਹੋਣ ਲੱਗ ਪਈ ਸੀ ਕਿ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦੀਆਂ ਧਾਰਮਿਕ ਤੇ ਸੱਭਿਆਚਾਰਕ ਮਾਨਤਾਵਾਂ ਅਤੇ ਭਾਵਨਾਵਾਂ ਭਾਰਤੀ ਰਾਸ਼ਟਰਵਾਦ ਨੂੰ ਨਵਾਂ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਸਥਿਰ ਆਧਾਰ ਮੁਹੱਈਆ ਕਰ ਸਕਦੀਆਂ ਸਨ। ਇਸ ਵਜ੍ਹਾ ਕਰਕੇ ਇੰਦਰਾ ਗਾਂਧੀ ਦੇ ਇਸ ਸਿਧਾਂਤਕ ਰਾਜਸੀ ਪੈਂਤੜੇ ਦਾ ਨਾ ਸਿਰਫ ਭਾਰਤ ਦੇ ਕਿਸੇ ਵੀ ਵਿਰੋਧੀ ਰਾਜਸੀ ਦਲ ਵੱਲੋਂ ਕੋਈ ਅਸਰਦਾਰ ਵਿਰੋਧ ਹੀ ਹੋ ਸਕਿਆ, ਸਗੋਂ ਇਸ ਮਾਮਲੇ ਵਿੱਚ ਉਸ ਨੂੰ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦਾ ਅਤੇ ਵਿਸ਼ੇਸ਼ ਕਰਕੇ ਮੱਧ ਵਰਗ ਦੇ ਵੱਡੇ ਹਿੱਸਿਆਂ ਦੀ ਵੀ ਪੁਰਜ਼ੋਰ ਹਮਾਇਤ ਹਾਸਲ ਹੋ ਗਈ ਸੀ। ਜੇਕਰ ਘੱਟ ਗਿਣਤੀਆਂ ਭਾਈਚਾਰਿਆਂ ਨੂੰ ਲਾਂਭੇ ਛੱਡ ਦਈਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇੰਦਰਾ ਗਾਂਧੀ ਦੇ ਇਸ ਫਿਰਕੂਫਾਸ਼ੀ ਪੈਂਤੜੇ ਦੇ ਹੱਕ ਵਿੱਚ ਦੇਸ਼ ਅੰਦਰ ਆਮ ਸਹਿਮਤੀ ਦਾ ਮਾਹੌਲ ਪੈਦਾ ਹੋ ਗਿਆ ਸੀ। ਦੇਸ਼ ਦੇ ਮੇਨ ਸਟ੍ਰੀਮ ਮੀਡੀਆ ਨੇ ਇਹ ਮਾਹੌਲ ਸਿਰਜਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਦੇਸ਼ ਭਰ ਦੇ ਪ੍ਰਮੁੱਖ ਅਖਬਾਰਾਂ, ਰਸਾਲਿਆਂ ਅਤੇ ਸਰਕਾਰੀ ਕੰਟਰੋਲ ਹੇਠਲੇ ਰੇਡੀਓ ਤੇ ਟੀਵੀ ਚੈਨਲਾਂ ਨੇ ਬਹੁਗਿਣਤੀ ਧਾਰਮਿਕ ਵਰਗ ਦੇ ਹੱਕ ਵਿੱਚ ਖੁੱਲ੍ਹਮ-ਖੁੱਲ੍ਹਾ ਫਿਰਕੂ ਪੱਖਪਾਤੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਘੱਟ ਗਿਣਤੀ ਭਾਈਚਾਰਿਆਂ ਦੀਆਂ ਵਾਜਬ ਮੰਗਾਂ, ਪਾਕ ਸੱਦਰਾਂ ਤੇ ਨਿਰਮਲ ਭਾਵਨਾਵਾਂ ਨੂੰ ਉੱਕਾ ਹੀ ਗਲਤ ਰੰਗਤ ਦੇ ਕੇ ਪੇਸ਼ ਕੀਤਾ, ਜਿਸ ਨਾਲ ਬਹੁਗਿਣਤੀ ਵਰਗ ਨਾਲ ਸੰਬੰਧਿਤ ਲੋਕਾਂ ਦੇ ਮਨਾਂ ਅੰਦਰ ਘੱਟ ਗਿਣਤੀ ਭਾਈਚਾਰਿਆਂ ਦੇ ਖਿਲਾਫ ਲੁਪਤ ਰੂਪ ਵਿੱਚ ਮੌਜੂਦ ਨਫ਼ਰਤ ਦੇ ਤੁਅੱਸਬ ਦੇ ਭਾਵ ਪ੍ਰਚੰਡ ਸ਼ਕਲ ਧਾਰਨ ਕਰ ਗਏ। ਇੱਥੇ ਮੀਡੀਆ ਵੱਲੋਂ ਨਿਭਾਈ ਇਸ ਬਦਕਾਰ ਭੂਮਿਕਾ ਨੂੰ ਸਹੀ ਸੰਦਰਭ ਵਿੱਚ ਰੱਖ ਕੇ ਦੇਖਣਾ ਬੇਹੱਦ ਜ਼ਰੂਰੀ ਹੈ। ਮੀਡੀਆ ਨੇ ਹਿੰਦੂ ਵਰਗ ਅੰਦਰ ਘੱਟ ਗਿਣਤੀ ਭਾਈਚਾਰਿਆਂ ਦੇ ਖਿਲਾਫ ਤੁਅੱਸਬ ਦੇ ਭਾਵ ਸ਼ੂਨਿਆਂ ਚੋਂ ਪੈਦਾ ਨਹੀਂ ਸੀ ਕਰ ਦਿੱਤੇ। ਜੇਕਰ ਹਿੰਦੂ ਭਾਈਚਾਰੇ ਅੰਦਰ ਅੰਤਰੀਵ ਰੂਪ ਵਿੱਚ ਹਿੰਦੂ ਸ਼ਾਵਨਵਾਦੀ ਸੋਚ ਅਤੇ ਭਾਵਨਾਵਾਂ ਮੌਜੂਦ ਨਾ ਹੁੰਦੀਆਂ ਤਾਂ ਮੀਡੀਆ ਦੇ ਲੱਖ ਯਤਨਾਂ ਦੇ ਬਾਵਜੂਦ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਤੇ ਤੁਅੱਸਬ ਦਾ ਵਿਆਪਕ ਮਾਹੌਲ ਪੈਦਾ ਨਹੀਂ ਸੀ ਹੋ ਸਕਦਾ। ਮੀਡੀਆ ਦਾ ਦੋਸ਼ ਇਨ੍ਹਾਂ ਭਾਵਨਾਵਾਂ ਨੂੰ ਉਤੇਜਿਤ ਕਰਨ ਵਿੱਚ ਹੈ, ਨਾ ਕਿ ਇਹਨਾਂ ਨੂੰ ਹਵਾ 'ਚੋਂ ਪੈਦਾ ਕਰਨ ਵਿੱਚ। ਇੱਕ ਗੱਲ ਹੋਰ, ਇਹ ਰੋਲ ਮੀਡੀਆ ਨੇ ਸਵੈ ਇੱਛਾ ਨਾਲ ਨਿਭਾਇਆ, ਕਿਸੇ ਦਬਾਅ, ਲਾਲਚ ਜਾਂ ਮਜਬੂਰੀ ਵਸ ਨਹੀਂ। ਕਾਰਨ ਇਹ ਕਿ ਭਾਰਤ ਅੰਦਰ ਮੀਡੀਆ ਨੂੰ ਆਰਥਿਕ ਤੇ ਪ੍ਰਬੰਧਕੀ ਤੌਰ ਤੇ ਕੰਟਰੋਲ ਕਰਨ ਵਾਲੇ ਮਾਲਕਾਂ, ਮੈਨੇਜਰਾਂ ਤੋਂ ਲੈ ਕੇ ਸੰਪਾਦਕਾਂ, ਰਿਪੋਰਟਰਾਂ ਤੇ ਕਾਲਮ ਨਵੀਸਾਂ ਦਾ ਵੱਡਾ ਹਿੱਸਾ ਆਧੁਨਿਕ ਪੜ੍ਹੇ ਲਿਖੇ ਕੁਲੀਨ ਵਰਗ ਜਾਂ ਹਿੰਦੂ ਮੱਧ ਵਰਗ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਅਤੇ ਭਾਵਨਾਤਮਿਕ ਝੁਕਾਵਾਂ ਦੀ ਬਦੌਲਤ ਸਰਬ ਸਾਂਝੀ ਭਾਰਤੀ ਕੌਮ ਦੇ ਸੰਕਲਪ ਅਤੇ ਇਸ ਸੰਕਲਪ ਨੂੰ ਸਾਕਾਰ ਕਰਨ ਲਈ ਮਜ਼ਬੂਤ ਭਾਰਤੀ ਰਾਜ ਦੀ ਲੋੜ ਦੇ ਵਿਚਾਰ ਨਾਲ ਪੂਰਨ ਸਹਿਮਤੀ ਰੱਖਦਾ ਹੈ। ਇਸ ਕਰਕੇ ਮੀਡੀਆ ਜਗਤ ਨੇ ਇਹ ਰੋਲ ਹੋਰ ਕਿਸੇ ਗੱਲ ਨਾਲੋਂ ਵੱਧ ਆਪਣੀ ਇਸ ਵਿਚਾਰਧਾਰਕ ਨਿਸ਼ਠਾ 'ਚੋਂ ਨਿਭਾਇਆ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।